जो नैक्सट जो अपनी वीडियो है यूवी स्पैक्ट्रोस्कोपी पार्ट 5 ਉਹਦੇ ਵਿੱਚ ਆਪਾਂ ਅੱਜ ਪੜ੍ਹਾਂਗੇ ਵੁੱਡਵਰਡ ਫਾਈਜ਼ਰ ਰੂਲਸ ਫॉर ਕੈਲਕੂਲੇਟਿੰਗ ਐਬਜ਼ੌਰਪਸ਼ਨ ਮੈਕਸਿਮਮ ਮਤਲਬ ਲੈਮਡਾ ਮੈਕਸਿਮਮ ਕਿਸੇ ਵੀ ਕੰਪਾਊਂਡ ਦੀ ਕਿੱਥੇ ਆਉਂਦੀ ਆ ਉਹ ਕੈਲਕੂਲੇਟ ਕਰਨ ਲਈ ਆਪਣੇ ਕੋਲ ਕੁਛ ਕੁ ਰੂਲਸ ਨੇ। ਠੀਕ ਹੈ, ਵੁੱਡਵਰਡ ਸੀਗਾ ਇੱਕ ਸਾਇੰਟਿਸਟ ਸੀਗਾ, ਵੁੱਡਵਰਡ ਅਤੇ ਫਾਈਜ਼ਰ ਦੋ ਸੀਗੇ। ਪਹਿਲਾਂ ਵੁੱਡਵਰਡ ਨੇ ਕਈ ਕੰਪਾਊਂਡਸ ਦੇ ਉੱਪਰ ਸਟੱਡੀ ਕੀਤੀ ਯੂਵੀ ਸਪੈਕਟ੍ਰੋਸਕੋਪੀ ਦੀ, ਅਤੇ ਉਹਨੇ ਮੈਥਮੈਟੀਕਲ ਰੂਲਸ ਦਿੱਤੇ ਉਹਦੇ ਵਿੱਚ ਵੀ ਕਿੱਦਾਂ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਥਰੈਟੀਕਲੀ ਵੀ ਇਹਦੀ ਵੈਲਿਊ ਕਿੰਨੀ ਕੁ ਆ ਸਕਦੀ ਹੈ, ਮਤਲਬ ਐਕਸਪੈਕਟਡ ਵੈਲਿਊ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਕਈ ਚੇਂਜਸ ਉਹਦੇ ਵਿੱਚ ਫਾਈਜ਼ਰ ਸਾਇੰਟਿਸਟ ਸੀਗਾ ਜਿਹੜਾ ਉਹਨੇ ਕੀਤੀਆਂ, ਥੋੜ੍ਹੀਆਂ ਬਹੁਤੀਆਂ ਚੇਂਜਸ ਕੀਤੀਆਂ, ਤਾਂ ਕਰਕੇ ਰੂਲਸ ਨੇ ਜਿਹੜੇ ਵੁੱਡਵਰਡ ਫਾਈਜ਼ਰ ਰੂਲਸ ਨੇ ਜਿਹੜੇ ਉਹਨਾਂ ਦੇ ਨਾਮ ਦੇ ਤੌਰ 'ਤੇ ਜਾਣੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜੇ ਇਹਨੇ ਰੂਲਸ ਨੇ ਨਾ, ਇਹਨਾਂ ਦੇ ਰਿਜ਼ਲਟਸ ਨੇ ਜਿਹੜੇ ਉਹ ਆਲਮੋਸਟ ਸੇਮ ਹੀ ਹੁੰਦੇ ਨੇਗੇ ਐਕਸਪੈਰੀਮੈਂਟਲ ਵੈਲਿਊਜ਼ 'ਤੇ। ਠੀਕ ਹੈ, ਤਾਂ ਮਾੜਾ ਮੋਟਾ ਫਰਕ ਹੁੰਦਾ, 2-3 ਨੈਨੋਮੀਟਰ ਦਾ ਫਰਕ ਹੁੰਦਾ, ਬਾਕੀ ਵੈਲਿਊਜ਼ ਨੇ ਜਿਹੜੀਆਂ ਆਲਮੋਸਟ ਸੇਮ ਹੀ ਹੁੰਦੀਆਂ ਨੇ ਜਿਹੜੀਆਂ ਐਕਸਪੈਰੀਮੈਂਟਲ ਵੈਲਿਊਜ਼ ਹੁੰਦੀਆਂ ਨੇ। ਉਸ ਤੋਂ ਬਾਅਦ ਦੋ ਤਰ੍ਹਾਂ ਦੇ ਵੁੱਡਵਰਡ ਫਾਈਜ਼ਰ ਰੂਲਸ ਨੇ ਆਪਣੇ ਕੋਲ, ਇੱਕ ਹੁੰਦੇ ਨੇ ਐਲਕੀਨਸ ਅਤੇ ਪੋਲੀਨਸ ਵਾਲੇ, ਦੂਸਰੇ ਹੁੰਦੇ ਨੇ ਕੰਜੂਗੇਟਡ ਕਾਰਬੋਨਿਲ ਕੰਪਾਊਂਡਸ ਵਾਲੇ। ਜਿੱਦਾਂ ਆਪਣੇ ਕੋਲ ਕੰਜੂਗੇਟਡ ਐਲਕੀਨਸ ਅਤੇ ਪੋਲੀਨਸ ਨੇ ਉਹ ਅਲੱਗ ਹੁੰਦੇ ਨੇਗੇ, ਜਿਹੜੇ ਕੰਜੂਗੇਟਡ ਕਾਰਬੋਨਿਲ ਕੰਪਾਊਂਡਸ ਨੇ ਉਹਨਾਂ ਦੇ ਰੂਲਸ ਅਲੱਗ ਹੁੰਦੇ ਨੇ। ਰੂਲ ਕਰਨ ਤੋਂ ਪਹਿਲਾਂ ਆਪਾਂ ਨੂੰ ਪਹਿਲਾਂ ਬੇਸਿਕ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। ਬੇਸਿਕ ਚੀਜ਼ਾਂ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਇਹਦੇ ਵਿੱਚ ਬੇਸਿਕ ਹੁੰਦੀਆਂ ਨੇ, ਉਹ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲੀ ਹੈ ਆਪਣੇ ਕੋਲ ਹੋਮੋਐਨੂਲਰ ਡਾਈਈਨ। ਹੋਮੋਐਨੂਲਰ ਡਾਈਈਨ ਹੈ ਜਦੋਂ ਡਾਈਈਨ ਨਾਮ ਦੇ, ਜਿਵੇਂ ਡਾਈਈਨ ਮਤਲਬ ਦੋ ਡਬਲ ਬੌਂਡ ਹੋਣਗੇ ਪਹਿਲਾਂ ਤਾਂ। ਹੋਮੋਐਨੂਲਰ, ਐਨੂਲਰ ਹੁੰਦਾ ਰਿੰਗ, ਠੀਕ ਹੈ, ਹੋਮੋ ਹੁੰਦਾ ਸੇਮ। ਜਦੋਂ ਸੇਮ ਰਿੰਗ ਦੇ ਵਿੱਚ ਦੋ ਡਬਲ ਬੌਂਡ ਪ੍ਰੈਜੈਂਟ ਨੇ ਉਸ ਟਾਈਮ 'ਤੇ ਉਸਨੂੰ ਕੀ ਕਹਾਂਗੇ ਆਪਾਂ, ਹੋਮੋਐਨੂਲਰ। ਜਿਵੇਂ ਇਸ ਦੇ ਵਿੱਚ ਦੇਖੋ ਦੋ ਡਬਲ ਬੌਂਡ ਸੇਮ ਰਿੰਗ 'ਚ ਨੇ, ਇਸ ਐਗਜ਼ਾਮਪਲ 'ਚ ਵੀ ਦੋ ਡਬਲ ਬੌਂਡ ਸੇਮ ਰਿੰਗ ਦੇ ਵਿੱਚ ਨੇ। ਠੀਕ ਹੈ, ਤਾਂ ਹੋਮੋਐਨੂਲਰ। ਉਸ ਤੋਂ ਬਾਅਦ ਨੈਕਸਟ ਹੈ ਹੈਟਰੋਐਨੂਲਰ। ਹੈਟਰੋ ਹੁੰਦਾ ਅਲੱਗ ਅਲੱਗ, ਐਨੂਲਰ ਰਿੰਗ ਹੋ ਗਿਆ। ਦੋ ਡਬਲ ਬੌਂਡ ਜਦੋਂ ਅਲੱਗ ਅਲੱਗ ਰਿੰਗਸ ਦੇ ਵਿੱਚ ਨੇ ਤਾਂ ਉਹਨਾਂ ਨੂੰ ਆਪਾਂ ਕਹਿ ਦਾਂਗੇ ਹੈਟਰੋਐਨੂਲਰ ਡਾਈਈਨ। ਇੱਥੇ ਆਹ ਬੌਂਡ ਇਸ ਰਿੰਗ 'ਚ ਹੈ, ਆਹ ਬੌਂਡ ਦੂਸਰੀ ਰਿੰਗ 'ਚ ਹੈ। ਇਸੇ ਤਰ੍ਹਾਂ ਹੀ ਆਹ ਬੌਂਡ ਇਸ ਰਿੰਗ 'ਚ ਹੈ, ਆਹ ਬੌਂਡ ਇਸ ਰਿੰਗ 'ਚ ਹੈ, ਇੱਧਰ ਇਸ 'ਚ ਹੈ, ਇੱਧਰ ਇਸ 'ਚ। ਠੀਕ ਹੈ, ਤਾਂ ਅਲੱਗ ਅਲੱਗ ਰਿੰਗਸ ਦੇ ਵਿੱਚ ਜਦੋਂ ਬੌਂਡ ਹੋਣਗੇ ਦੋ ਡਬਲ ਬੌਂਡ, ਪਰ ਹੋਣੇ ਕੰਜੂਗੇਸ਼ਨ 'ਚ ਚਾਹੀਦੇ ਨੇ। ਠੀਕ ਹੈ, ਆਹ ਵੀ ਕੰਜੂਗੇਸ਼ਨ ਵਾਲੇ ਹੋਣਗੇ, ਮਤਲਬ ਇੱਕ ਸਿੰਗਲ, ਇੱਕ ਡਬਲ, ਇੱਕ ਸਿੰਗਲ, ਇੱਕ ਡਬਲ, ਇੱਦਾਂ ਹੀ ਆ ਨੇ ਡਬਲ ਸਿੰਗਲ ਡਬਲ, ਡਬਲ ਸਿੰਗਲ ਡਬਲ, ਡਬਲ ਸਿੰਗਲ ਡਬਲ। ਕੰਜੂਗੇਸ਼ਨ 'ਚ ਹੋਣ ਪਹਿਲੀ ਗੱਲ ਤਾਂ ਦੋ ਡਬਲ ਬੌਂਡ ਹੋਣ ਕੰਜੂਗੇਸ਼ਨ 'ਚ। ਉਸ ਤੋਂ ਬਾਅਦ ਸੇਮ ਰਿੰਗਸ 'ਚ ਨੇ ਤਾਂ ਹੋਮੋ, ਅਲੱਗ ਅਲੱਗ ਰਿੰਗਸ 'ਚ ਨੇ ਤਾਂ ਹੈਟਰੋਐਨੂਲਰ। ਉਸ ਤੋਂ ਬਾਅਦ ਹੈ ਐਂਡੋਸਾਈਕਲਿਕ ਡਬਲ ਬੌਂਡ। ਐਂਡੋ ਦਾ ਮਤਲਬ ਹੁੰਦਾ ਅੰਦਰ, ਐਂਡੋਸਾਈਕਲਿਕ ਮਤਲਬ ਰਿੰਗ ਦੇ ਅੰਦਰ ਕੋਈ ਜਦੋਂ ਡਬਲ ਬੌਂਡ ਆ ਗਿਆ, ਇਹ ਸਿੰਗਲ ਹੋ ਸਕਦਾ, ਕੰਜੂਗੇਟਡ ਹੋਣ ਦੀ ਇਹਨੂੰ ਲੋੜ ਨਹੀਂ। ਠੀਕ ਹੈ, ਮਤਲਬ ਦੋ ਡਬਲ ਬੌਂਡ ਜ਼ਰੂਰੀ ਨਹੀਂ ਹੈ ਇੱਥੇ। ਸਿੰਗਲ ਡਬਲ ਬੌਂਡ ਹੈ ਜਿਹੜਾ ਜਦੋਂ ਰਿੰਗ ਦੇ ਵਿੱਚ ਪ੍ਰੈਜੈਂਟ ਹੋਊਗਾ ਤਾਂ ਉਹਨੂੰ ਆਪਾਂ ਐਂਡੋ ਕਹਾਂਗੇ। ਜਿਵੇਂ ਆਹ ਵਾਲਾ ਬੌਂਡ ਹੈ ਜਿਹੜਾ ਐਂਡੋਸਾਈਕਲਿਕ ਹੈ। ਇਸੇ ਤਰ੍ਹਾਂ ਹੀ ਆਹ ਬੌਂਡ ਹੈ ਜਿਹੜਾ ਇਹ ਰਿੰਗ ਦੇ ਅੰਦਰ ਹੈ ਤਾਂ ਇਹ ਐਂਡੋਸਾਈਕਲਿਕ ਹੋ ਗਿਆ। ਉਸ ਤੋਂ ਬਾਅਦ ਐਕਸੋਸਾਈਕਲਿਕ ਡਬਲ ਬੌਂਡ, ਜਦੋਂ ਡਬਲ ਬੌਂਡ ਹੈ ਜਿਹੜਾ ਉਹਦਾ ਇੱਕ ਐਟਮ ਹੈ ਜਿਹੜਾ, ਡਬਲ ਬੌਂਡ ਦੇ ਦੋ ਐਟਮਸ ਹੋਣਗੇ, ਜਿਵੇਂ ਏ ਡਬਲ ਬੌਂਡ ਬੀ। ਠੀਕ ਹੈ, ਤਾਂ ਇੱਕ ਐਟਮ ਹੈ ਜਿਹੜਾ ਉਹ ਰਿੰਗ ਦੇ ਵਿੱਚ ਪ੍ਰੈਜੈਂਟ ਹੋਣਾ ਚਾਹੀਦਾ, ਦੂਸਰਾ ਐਟਮ ਰਿੰਗ ਤੋਂ ਬਾਹਰ ਹੋਣਾ ਚਾਹੀਦਾ। ਠੀਕ ਹੈ, ਮਤਲਬ ਰਿੰਗ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਉਹ। ਜਾਂ ਇਨ ਅਦਰ ਵਰਡਸ ਕਹਿ ਲਓ ਵੀ ਜਿਹੜਾ ਬੌਂਡ ਹੈ ਉਹ ਡਾਇਰੈਕਟਲੀ ਅਟੈਚ ਟੂ ਰਿੰਗ ਤਾਂ ਹੋਵੇ, ਠੀਕ ਹੈ, ਪਰ ਰਿੰਗ ਦੇ ਵਿੱਚ ਨਾ ਹੋਵੇ, ਉਹ ਐਕਸੋਸਾਈਕਲਿਕ ਡਬਲ ਬੌਂਡ ਹੋਊਗਾ। ਜਿਵੇਂ ਆਹ ਵਾਲਾ ਹੋ ਗਿਆ ਅਤੇ ਆਹ ਵਾਲਾ ਬੌਂਡ ਹੋ ਗਿਆ ਇਸ ਰਿੰਗ ਦੇ ਵਿੱਚ। ਠੀਕ ਹੈ, ਹੁਣ ਆਹ ਆਪਣੇ ਕੋਲ ਐਗਜ਼ਾਮਪਲ ਹੈ। ਇਹਨੂੰ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਜਿਹੜੀ ਏ ਰਿੰਗ ਹੈ, ਪਹਿਲਾਂ ਇਹ ਵਾਲੀ ਦੇਖੋ, ਇਹਦੇ ਵਿੱਚ ਇੱਕੋ ਹੀ ਡਬਲ ਬੌਂਡ ਆ ਰਿਹਾ। ਠੀਕ ਹੈ, ਉਹ ਕੀ ਹੋ ਗਿਆ, ਐਂਡੋਸਾਈਕਲਿਕ ਡਬਲ ਬੌਂਡ। ਜਿਹੜਾ ਆਹ ਬੌਂਡ ਹੈ ਇਹ ਹੋ ਗਿਆ ਆਪਣੇ ਕੋਲ ਐਂਡੋਸਾਈਕਲਿਕ। ਠੀਕ ਹੈ, ਉਸ ਤੋਂ ਬਾਅਦ ਆਹ ਰਿੰਗ ਜਦੋਂ ਦੇਖੋਗੇ ਤੁਸੀਂ, ਇਹਦੇ ਵਿੱਚ ਵੀ ਇੱਕ ਡਬਲ ਬੌਂਡ ਹੈ ਤਾਂ ਇਹ ਕੀ ਹੋ ਗਿਆ, ਐਂਡੋਸਾਈਕਲਿਕ। ਹੁਣ ਆਹ ਰਿੰਗ ਹੈ ਜਿਹੜੀ ਏ ਰਿੰਗ, ਇਹਦੇ ਨਾਲ ਜਦੋਂ ਆਹ ਦੋ ਬੌਂਡ ਹੀ ਨੇ ਇਹਦੇ ਨਾਲ, ਠੀਕ ਹੈ, ਇਹਦੇ ਨਾਲ ਕੋਈ ਵੀ ਡਬਲ ਬੌਂਡ ਨਹੀਂ ਹੈਗਾ ਬਾਹਰ, ਨਾ ਇਸ ਬੌਂਡ ਦੇ ਉੱਪਰ ਨਾ ਇਸ ਬੌਂਡ ਦੇ ਉੱਪਰ। ਠੀਕ ਹੈ, ਤਾਂ ਐਕਸੋਸਾਈਕਲਿਕ ਕੋਈ ਵੀ ਨਹੀਂ ਹੈਗਾ। ਜਦੋਂ ਬੀ ਰਿੰਗ ਦੇਖਦੇ ਹਾਂ ਤਾਂ ਇੱਧਰਲੇ ਪਾਸੇ ਡਬਲ ਬੌਂਡ ਹੈਗਾ, ਇੱਧਰ ਨਹੀਂ ਹੈਗਾ, ਤਾਂ ਇਹਦੇ ਨਾਲ ਇੱਕ ਐਕਸੋਸਾਈਕਲਿਕ ਡਬਲ ਬੌਂਡ ਹੈ ਜਿਹੜਾ ਉਹ ਪ੍ਰੈਜੈਂਟ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਰਿੰਗ ਰੈਜ਼ੀਡਿਊ ਅਤੇ ਅਲਕਾਈਲ ਸਬਸਟੀਟੂਐਂਟ। ਹਾਂਜੀ, ਇਹ ਅੱਗੇ ਹੈ ਆਪਣੇ ਕੋਲ ਰਿੰਗ ਰੈਜ਼ੀਡਿਊ ਐਂਡ ਅਲਕਾਈਲ ਸਬਸਟੀਟੂਐਂਟ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਸਭ ਤੋਂ ਜ਼ਿਆਦਾ ਅਲਕਾਈਲ ਸਬਸਟੀਟੂਐਂਟ ਦੇਖੋ, ਨਾਮ ਤੋਂ ਹੀ ਕਲੀਅਰ ਹੈ, ਜਦੋਂ ਅਲਕਾਈਲ ਗਰੁੱਪ ਐਜ਼ ਸਬਸਟੀਟਿਊਟ ਲੱਗਿਆ ਹੋਵੇ, ਮਤਲਬ ਠੀਕ ਹੈ ਸਬਸਟੀਟੂਐਂਟ ਲੱਗਿਆ ਹੋਵੇ ਤਾਂ ਉਹਨੂੰ ਆਪਾਂ ਅਲਕਾਈਲ ਸਬਸਟੀਟੂਐਂਟ ਕਹਾਂਗੇ। ਹੁਣ ਇਹਦੇ ਵਿੱਚ ਸਪੈਸ਼ਲ ਚੀਜ਼ ਕੀ ਹੈ, ਇਹਦੇ ਵਿੱਚ ਸਪੈਸ਼ਲ ਚੀਜ਼ ਇਹ ਹੈ ਵੀ ਜਿਹੜਾ ਅਲਕਾਈਲ ਗਰੁੱਪ ਹੈ ਜਦੋਂ ਉਹ ਕੰਜੂਗੇਟਡ ਡਬਲ ਬੌਂਡ ਜਾਂ ਟ੍ਰਿਪਲ ਬੌਂਡ, ਜਿੰਨੇ ਵੀ ਕੰਜੂਗੇਸ਼ਨ ਦੇ ਵਿੱਚ ਬੌਂਡਸ ਨੇ, ਜਦੋਂ ਉਹਨਾਂ ਵਾਲੀਆਂ ਡਬਲ ਬੌਂਡਸ ਵਾਲੀਆਂ ਕਾਰਬਨਸ ਦੇ ਉੱਪਰ ਆ ਜੇ ਤਾਂ ਉਸ ਅਲਕਾਈਲ ਸਬਸਟੀਟੂਐਂਟ ਨੂੰ ਆਪਾਂ ਗਿਣਾਂਗੇ, ਨਹੀਂ ਉਸਨੂੰ ਨਹੀਂ ਗਿਣਾਂਗੇ। ਮਤਲਬ ਕੰਜੂਗੇਸ਼ਨ ਦੇ ਵਿੱਚ ਜੇ ਕਿਤੇ ਅਲਕਾਈਲ ਗਰੁੱਪ ਐਜ਼ ਏ ਸਬਸਟੀਟੂਐਂਟ ਆ ਰਿਹਾ ਤਾਂ ਉਹਨੂੰ ਆਪਾਂ ਅਲਕਾਈਲ ਸਬਸਟੀਟੂਐਂਟ ਕਹਾਂਗੇ। ਉਸ ਤੋਂ ਬਾਹਰ ਜੇ ਕੋਈ ਹੋਵੇ ਤਾਂ ਉਹਨੂੰ ਆਪਾਂ ਨਹੀਂ ਗਿਣਾਂਗੇ। ਠੀਕ ਹੈ,
ਇਹ ਹੁੰਦਾ ਅਲਕਾਇਲ ਸਬਸਟੀਟਿਊਟ। ਉਸ ਤੋਂ ਬਾਅਦ ਹੈ ਰਿੰਗ ਰੈਜ਼ੀਡਿਊ। ਇਹ ਨਵੀਂ ਚੀਜ਼ ਹੈ ਸ਼ਾਇਦ ਤੁਹਾਡੇ ਵਾਸਤੇ। ਰਿੰਗ ਰੈਜ਼ੀਡਿਊ ਕੀ ਹੁੰਦਾ ਹੈਗਾ? ਰਿੰਗ ਰੈਜ਼ੀਡਿਊ ਹਮੇਸ਼ਾ ਰਿੰਗਸ ਦੇ ਵਿੱਚ ਪਾਇਆ ਜਾਊਗਾ। ਜਿਵੇਂ ਸਭ ਤੋਂ ਸਿੰਪਲ ਐਗਜ਼ਾਮਪਲ ਦੇਖੋ, ਇਹ ਜਿੱਥੇ ਹੁਣ ਆਪਣੇ ਕੋਲੇ ਸਭ ਤੋਂ ਪਹਿਲੀ ਚੀਜ਼ ਕੀ ਦੇਖਣੀ ਆਪਾਂ? ਕੰਜੂਗੇਟਡ ਡਬਲ ਜਾਂ ਟ੍ਰਿਪਲ। ਜੋ ਇਹ ਮਤਲਬ ਆਪਣੇ ਕੋਲੇ ਹੈਗੇ ਕੰਜੂਗੇਟਡ ਪੋਲੀਨਸ, ਕਿਉਂਕਿ ਪੋਲੀਨਸ ਅਤੇ ਐਲਕੀਨਸ ਕਰ ਰਹੇ ਹਾਂ ਤਾਂ ਆਪਣੇ ਕੋਲ ਡਬਲ ਬੌਂਡਸ ਹੀ ਹੋਣਗੇ, ਠੀਕ ਹੈ। ਚਾਹੇ 2 ਡਬਲ ਬੌਂਡ ਹੋਣ, ਚਾਹੇ 3 ਹੋਣ, ਚਾਹੇ 4, ਚਾਹੇ 5, ਜਿੰਨੇ ਮਰਜ਼ੀ ਹੋਣ, ਪਰ ਕੰਜੂਗੇਸ਼ਨ ਦੇ ਵਿੱਚ ਹੋਣ। ਜਿੱਥੇ ਜਾ ਕੇ ਚੇਨ ਖਤਮ ਹੋ ਜੂਗੀ ਅਤੇ ਰਿੰਗ ਦੇ ਵਿੱਚ ਸਿੰਗਲ ਬੌਂਡ ਆ ਜੂਗਾ, ਠੀਕ ਹੈ। ਜਿੱਥੇ ਵੀ ਜਾ ਕੇ ਚੇਨ ਖਤਮ ਹੋਊਗੀ ਡਬਲ ਬੌਂਡ ਵਾਲੀ, ਉਸ ਤੋਂ ਬਾਅਦ ਜਿਹੜਾ ਪਹਿਲਾ ਸਿੰਗਲ ਬੌਂਡ ਆਊਗਾ ਉਹਨੂੰ ਆਪਾਂ ਰਿੰਗ ਰੈਜ਼ੀਡਿਊ ਹੁੰਦਾ ਬਾਕੀ ਬਚਣਾ, ਠੀਕ ਹੈ। ਤਾਂ ਰਿੰਗ ਦੇ ਵਿੱਚ ਡਬਲ ਬੌਂਡਸ ਤੋਂ ਬਾਅਦ ਜਿਹੜੀ ਚੀਜ਼ ਬਾਕੀ ਬਚਦੀ ਆ ਉਸ ਨੂੰ ਆਪਾਂ ਕੀ ਕਹਾਂਗੇ? ਰਿੰਗ ਰੈਜ਼ੀਡਿਊ। ਤਾਂ ਆਪਾਂ ਕੋਨੇ ਗਿਣਨੇ ਆ ਵੀ ਰਿੰਗ ਦੇ ਕਿਹੜੇ ਕੋਨੇ 'ਤੇ ਜਾ ਕੇ ਡਬਲ ਬੌਂਡ ਖਤਮ ਹੁੰਦਾ। ਜਿੰਨੇ ਉਹ ਕੋਨੇ ਹੋਣਗੇ ਓਨੇ ਹੀ ਉਹਦੇ ਵਿੱਚ ਰਿੰਗ ਰੈਜ਼ੀਡਿਊ ਹੋਣਗੇ। ਜਿਵੇਂ ਆਹ ਦੇਖੋ, ਆਹ ਰਿੰਗ ਸੀ ਆਪਣੇ ਕੋਲੇ, ਉਹਦੇ ਵਿੱਚ 2 ਡਬਲ ਬੌਂਡ ਸੀਗੇ, ਠੀਕ ਹੈ। ਡਬਲ ਬੌਂਡ ਇੱਥੋਂ ਸ਼ੁਰੂ ਹੋ ਰਿਹਾ, ਸਿੰਗਲ ਡਬਲ, ਠੀਕ ਹੈ। ਕੰਜੂਗੇਸ਼ਨ ਦੇ ਵਿੱਚ ਨੇ ਆਹ, ਤਾਂ ਆਹ ਡਬਲ ਬੌਂਡ ਇਸ ਥਾਂ 'ਤੇ ਖਤਮ ਹੋ ਰਿਹਾ। ਜੇ ਇੱਧਰੋਂ ਗਿਣੀਏ ਤਾਂ ਆਹ ਡਬਲ ਬੌਂਡ ਦੀ ਕੰਜੂਗੇਸ਼ਨ ਇਸ ਥਾਂ 'ਤੇ ਖਤਮ ਹੋ ਰਹੀ ਹੈ। ਤਾਂ ਰਿੰਗ ਰੈਜ਼ੀਡਿਊ ਕਿੰਨੇ ਹੋ ਗਏ? 2। ਹੁਣ ਕਈ ਬੱਚੇ ਕਹਿਣਗੇ ਜੀ ਆ ਵੀ ਰਿੰਗ ਰੈਜ਼ੀਡਿਊ ਹੋ ਸਕਦਾ, ਪਰ ਨਹੀਂ। ਇੱਥੇ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਡਬਲ ਸਿੰਗਲ ਡਬਲ ਕੰਜੂਗੇਸ਼ਨ ਚੱਲ ਰਹੀ ਆ, ਤਾਂ ਆਹ ਚੀਜ਼ ਵਿੱਚ ਨਹੀਂ ਗਿਣਨੀ ਹੈਗੀ, ਠੀਕ ਹੈ। ਅਤੇ ਜਿੱਥੇ ਜਾ ਕੇ ਕੰਜੂਗੇਸ਼ਨ ਖਤਮ ਹੋ ਰਹੀ ਆ, ਸਿਰਫ ਉਹੀ ਸਿੰਗਲ ਬੌਂਡ, ਜਿਹੜਾ ਪਹਿਲਾ ਸਿੰਗਲ ਬੌਂਡ ਹੈ, ਸਿਰਫ ਉਹੀ ਗਿਣਨਾ। ਹੁਣ ਆ ਵੀ ਪਿਆ ਇੱਦਾਂ, ਤਾਂ ਇਹਨੂੰ ਨਹੀਂ ਗਿਣਾਂਗੇ ਆਪਾਂ, ਠੀਕ ਹੈ। ਪਰ ਜਿਹੜਾ ਡਬਲ ਬੌਂਡ ਦੇ ਬਿਲਕੁਲ ਨਾਲ ਹੈ ਉਹ ਵਾਲਾ ਗਿਣਨਾ, ਉਸ ਨੂੰ ਆਪਾਂ ਰਿੰਗ ਰੈਜ਼ੀਡਿਊ ਕਹਾਂਗੇ। ਜਿਵੇਂ ਇਹ ਅੱਗੇ ਇਹ ਐਗਜ਼ਾਮਪਲ ਆ ਗਈ, ਪਹਿਲਾਂ ਇਹੀ ਕਰਦੇ ਹਾਂ। ਜਿਵੇਂ ਆਹ ਐਗਜ਼ਾਮਪਲ ਸੀ, ਇਹਦੇ ਵਿੱਚ ਡਬਲ ਸਿੰਗਲ ਡਬਲ ਇਹ ਕੰਜੂਗੇਸ਼ਨ ਚੱਲ ਰਹੀ ਹੈ। ਤਾਂ ਆਹ ਸਿੰਗਲ ਪਹਿਲਾਂ ਇੱਥੇ ਖਤਮ ਹੁੰਦਾ, ਉਸ ਤੋਂ ਬਾਅਦ ਆਹ ਡਬਲ ਬੌਂਡ ਇੱਥੇ ਖਤਮ ਹੁੰਦਾ, ਤਾਂ ਆਹ ਸਿੰਗਲ ਪਹਿਲਾ ਹੋ ਗਿਆ। ਇੱਧਰੋਂ ਆਹ ਕੰਜੂਗੇਸ਼ਨ ਚੱਲਦੀ ਇੱਥੇ ਖਤਮ ਹੋ ਗਈ, ਇਸ ਤੋਂ ਬਾਅਦ ਪਹਿਲਾ ਹੋ ਗਿਆ। ਜਦੋਂ ਵਿਚਾਲੇ ਦੇਖਦੇ ਹਾਂ ਆਪਾਂ, ਤਾਂ ਡਬਲ ਸਿੰਗਲ ਡਬਲ, ਠੀਕ ਹੈ। ਸਿੰਗਲ ਡਬਲ, ਜਦੋਂ ਆਹ ਚੀਜ਼ ਚੱਲਦੀ ਆ ਤਾਂ ਇੱਥੇ ਵਿਚਾਲੇ ਇੱਕ ਹੋਰ ਆ ਜਾਂਦਾ, ਜਿਸ ਸਾਈਡ ਨੂੰ ਕੰਜੂਗੇਸ਼ਨ ਨਹੀਂ ਜਾਂਦੀ, ਬਸ ਜਿੱਥੇ ਕੰਜੂਗੇਸ਼ਨ ਨਾ ਜਾਵੇ, ਉਸ ਤੋਂ ਬਾਅਦ ਜਿਹੜਾ ਪਹਿਲਾ ਸਿੰਗਲ ਬੌਂਡ ਆ ਗਿਆ ਉਹ ਆਪਣੇ ਕੋਲ ਰਿੰਗ ਰੈਜ਼ੀਡਿਊ ਆ, ਠੀਕ ਹੈ। ਤਾਂ ਡਬਲ ਸਿੰਗਲ ਡਬਲ, ਇੱਧਰ ਨੂੰ ਕੰਜੂਗੇਸ਼ਨ ਚਲੀ ਗਈ ਇੱਥੋਂ, ਠੀਕ ਹੈ। ਇੱਥੋਂ ਕੰਜੂਗੇਸ਼ਨ 2 ਪਾਸੇ ਜਾ ਸਕਦੀ ਸੀ। ਡਬਲ ਆ ਹੋ ਗਿਆ, ਇੱਕ ਆ ਵੀ ਸਿੰਗਲ ਹੈ, ਠੀਕ ਹੈ। ਤਾਂ ਆਪਾਂ ਜੇ ਇੱਧਰ ਨੂੰ ਜਾਂਦੇ ਹਾਂ, ਇੱਥੇ ਡਬਲ ਬੌਂਡ ਨਹੀਂ ਆਉਂਦਾ, ਤਾਂ ਇਹ ਰਿੰਗ ਰੈਜ਼ੀਡਿਊ ਹੋ ਗਿਆ, ਠੀਕ ਹੈ। ਇੱਧਰ ਨੂੰ ਜਾਂਦੇ ਇੱਥੇ ਡਬਲ ਬੌਂਡ ਆ ਗਿਆ, ਤਾਂ ਇੱਧਰ ਕੰਜੂਗੇਸ਼ਨ ਹੋ ਗਈ। ਉਸ ਤੋਂ ਬਾਅਦ ਇੱਧਰ ਸਿੰਗਲ ਹੈ, ਅੱਗੇ ਡਬਲ ਹੈ ਨਹੀਂ, ਤਾਂ ਆਹ ਰਿੰਗ ਰੈਜ਼ੀਡਿਊ ਹੋ ਗਿਆ, ਠੀਕ ਹੈ। ਤਾਂ ਐਂਡ ਦੇਖਣਾ ਆਪਾਂ, ਜਿੱਥੇ ਜਾ ਕੇ ਡਬਲ ਬੌਂਡ ਤੋਂ ਬਾਅਦ ਸਿੰਗਲ ਤੋਂ ਬਾਅਦ ਡਬਲ ਨਾ ਆਵੇ, ਉਹ ਰਿੰਗ ਰੈਜ਼ੀਡਿਊ ਹੈ, ਠੀਕ ਹੈ। ਹੁਣ ਜਦੋਂ ਆਹ ਐਗਜ਼ਾਮਪਲ ਦੇਖਦੇ ਹਾਂ, ਇਹਦੇ ਵਿੱਚ ਕੀ ਹੈ? ਆਹ ਰਿੰਗ ਰੈਜ਼ੀਡਿਊ 2 ਰਿੰਗ ਰੈਜ਼ੀਡਿਊ ਹੋ ਗਏ। ਉਸ ਤੋਂ ਬਾਅਦ ਡਬਲ ਬੌਂਡ ਦੇ ਉੱਪਰ ਮਿਥਾਈਲ ਗਰੁੱਪ ਲੱਗਿਆ ਹੋਇਆ, ਇਸੇ ਤਰ੍ਹਾਂ ਹੀ ਡਬਲ ਬੌਂਡ ਦੇ ਉੱਪਰ ਮਿਥਾਈਲ ਗਰੁੱਪ ਲੱਗਿਆ ਹੋਇਆ, ਤਾਂ ਇਹ ਕੀ ਹੋ ਗਿਆ? ਐਲਕਾਈਲ ਸਬਸਟੀਟਿਊਐਂਟ। ਇਸੇ ਤਰ੍ਹਾਂ ਹੀ ਜਦੋਂ ਆਹ ਐਗਜ਼ਾਮਪਲ ਦੇਖਦੇ ਹਾਂ, ਸਿੰਗਲ ਡਬਲ ਹੁਣ ਡਬਲ ਅਤੇ ਡਬਲ ਗਿਣਨੇ ਆਪਾਂ, ਇੱਥੋਂ ਡਬਲ ਸ਼ੁਰੂ ਹੋ ਕੇ ਇੱਥੇ ਖਤਮ ਹੋ ਜਾਂਦੇ ਆ। ਇੱਧਰ A ਡਬਲ ਵਾਲੀ ਕਾਰਬਨ ਦੇ ਨਾਲ CH3 ਲੱਗਿਆ, ਇੱਧਰ A ਡਬਲ ਵਾਲੀ ਕਾਰਬਨ ਦੇ ਨਾਲ CH3 ਲੱਗਿਆ। ਸੇਮ ਹੀ ਚੀਜ਼ ਇੱਥੇ ਆ, ਡਬਲ ਸਿੰਗਲ ਡਬਲ, ਠੀਕ ਹੈ। ਆਹ CH3 ਹੈ ਜਿਹੜਾ, ਇਹ ਵੀ ਡਬਲ ਬੌਂਡ ਵਾਲੀ ਕਾਰਬਨ ਦੇ ਨਾਲ, ਆਹ CH3 ਹੈ ਜਿਹੜਾ, ਇਹ ਵੀ ਡਬਲ ਬੌਂਡ ਵਾਲੀ ਕਾਰਬਨ ਦੇ ਨਾਲ। ਤਾਂ ਆਹ ਦੋਨੇ ਇਹਦੇ ਵਿੱਚ ਕੀ ਹੋ ਗਿਆ? ਐਲਕਾਈਲ ਸਬਸਟੀਟਿਊਐਂਟ। ਇਸੇ ਤਰ੍ਹਾਂ ਹੀ ਆਹ ਵਾਲਾ ਅਤੇ ਆਹ ਵਾਲਾ ਇਹਦੇ ਵਿੱਚ ਕੀ ਹੋ ਗਏ? ਐਲਕਾਈਲ ਸਬਸਟੀਟਿਊਐਂਟ, ਠੀਕ ਹੈ। ਇਹ ਚੀਜ਼ ਯਾਦ ਰੱਖਣੀ ਆ। ਉਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਕੋਲੇ ਮੇਨ ਚੀਜ਼ ਜਿਹੜੀ ਹੈ ਆਪਾਂ ਕਰਨੀ ਆ, ਵੁੱਡਵਰਡ-ਫਾਈਜ਼ਰ ਰੂਲਸ ਫॉर ਕੈਲਕੂਲੇਟਿੰਗ ਲੈਮਡਾ ਮੈਕਸਿਮਮ ਇਨ ਕੰਜੂਗੇਟਡ ਐਲਕੀਨਸ ਐਂਡ ਪੋਲੀਨਸ। ਕੰਜੂਗੇਟਡ ਐਲਕੀਨਸ ਹੁੰਦੀਆਂ ਨੇ ਅਤੇ ਪੋਲੀਨਸ ਨੇ ਜਿਹੜੀਆਂ, ਉਹਨਾਂ ਦੇ ਵਿੱਚ ਵੁੱਡਵਰਡ-ਫਾਈਜ਼ਰ ਰੂਲਸ ਕੀ ਨੇ ਆਪਣੇ ਕੋਲੇ? ਸਭ ਤੋਂ ਪਹਿਲਾ ਕੰਮ ਆਪਾਂ ਕੀ ਕਰਨਾ, ਜਦੋਂ ਵੀ ਆਪਣੇ ਕੋਲ ਕੋਈ ਐਗਜ਼ਾਮਪਲ ਆਉਂਦੀ ਹੈ ਵੁੱਡਵਰਡ-ਫਾਈਜ਼ਰ ਰੂਲ ਕੈਲਕੂਲੇਟ ਕਰਨ ਵਾਸਤੇ, ਜੇ ਆਪਣੇ ਕੋਲ 2 ਨੇ ਆਪਾਂ ਨੂੰ ਪਤਾ ਹੈਗਾ ਹੈ ਨਾ, ਆਪਾਂ ਹੁਣ ਇਸ ਵੀਡੀਓ ਦੇ ਵਿੱਚ ਸਿਰਫ ਪੋਲੀਨ ਵਾਲਾ ਅਤੇ ਐਲਕੀਨਸ ਵਾਲਾ ਹੀ ਕਰਾਂਗੇ। ਦੂਸਰਾ ਜਿਹੜਾ ਕਾਰਬਨਲ ਕੰਪਾਊਂਡਸ ਵਾਲਾ, ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ। ਤਾਂ ਇੱਥੇ ਆਪਾਂ ਸਿਰਫ ਐਲਕੀਨਸ ਅਤੇ ਪੋਲੀਨਸ ਦੇਖਣੀਆਂ ਨੇ। ਉਹਦੇ ਵਿੱਚ ਆਪਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਦੇਖਣੀ ਆ, ਉਹ ਇਹ ਦੇਖਣੀ ਆ ਵੀ 2 ਡਬਲ ਬੌਂਡ ਕੰਜੂਗੇਸ਼ਨ ਦੇ ਵਿੱਚ ਹੋਣ, ਠੀਕ ਹੈ। ਸਭ ਤੋਂ ਪਹਿਲੀ ਚੀਜ਼ ਇਹੀ ਦੇਖਣੀ ਆ ਆਪਾਂ, 2 ਡਬਲ ਬੌਂਡ ਕੰਜੂਗੇਸ਼ਨ 'ਚ ਹੋਣ। ਜਿੱਥੇ ਵੀ 2 ਡਬਲ ਬੌਂਡ ਕੰਜੂਗੇਸ਼ਨ 'ਚ ਮਿਲਦੇ ਨੇ, ਉਸ ਚੀਜ਼ ਨੂੰ ਸਿਲੈਕਟ ਕਰੋ ਸਭ ਤੋਂ ਪਹਿਲਾਂ ਤਾਂ। ਮਤਲਬ 4 ਕਾਰਬਨਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਵਿੱਚ 2 ਡਬਲ ਬੌਂਡ ਹੋਣ, ਇੱਕ ਸਿੰਗਲ ਛੱਡ ਕੇ ਵਿਚਾਲੇ, ਮਤਲਬ ਡਬਲ ਸਿੰਗਲ ਡਬਲ ਹੋਣਾ ਚਾਹੀਦਾ। ਆਹ ਚੀਜ਼ ਸਭ ਤੋਂ ਪਹਿਲਾਂ ਤੁਸੀਂ ਦੇਖਣੀ ਹੈ। ਚਾਹੇ ਉਹ ਤੁਹਾਨੂੰ ਰਿੰਗ 'ਚ ਮਿਲ ਜੇ ਕਿਸੇ 'ਚ, ਚਾਹੇ ਉਹ ਤੁਹਾਨੂੰ ਓਪਨ ਚੇਨ ਦੇ ਵਿੱਚ ਮਿਲ ਜੇ, ਚਾਹੇ ਇੱਕ ਰਿੰਗ 'ਚ ਬੌਂਡ ਇੱਕ ਚੇਨ 'ਚ ਪਰ ਕੰਜੂਗੇਸ਼ਨ 'ਚ ਨੇ, ਚਾਹੇ ਇੱਦਾਂ ਮਿਲ ਜੇ। ਜਿੱਦਾਂ ਵੀ ਮਿਲਦੀ ਹੈ ਤੁਹਾਨੂੰ, ਤੁਸੀਂ ਸਭ ਤੋਂ ਪਹਿਲਾਂ 2 ਡਬਲ ਬੌਂਡ ਇੱਕ ਸਿੰਗਲ ਬੌਂਡ ਨਾਲ ਜਿਹੜੇ ਸੈਪਰੇਟ ਹੋਣ, ਉਹ ਡਬਲ ਬੌਂਡ ਸਿਲੈਕਟ ਕਰਨੇ, ਠੀਕ ਹੈ। ਉਹ ਜਿਹੜੀ ਚੀਜ਼ ਹੋਊਗੀ ਤੁਹਾਡੇ ਕੋਲੇ, ਉਹ ਜਿਹੜੀ ਚੀਜ਼ ਹੋਊਗੀ ਉਸਨੂੰ ਆਪਾਂ ਕਹਾਂਗੇ
ਬੇਸ ਵੈਲਿਊ ਜਾਂ ਪਹਿਲਾਂ ਤਾਂ ਉਹਨੂੰ ਪੇਰੈਂਟ ਚੇਨ ਕਹਾਂਗੇ, ਠੀਕ ਹੈ। ਉਸ ਤੋਂ ਬਾਅਦ ਉਹਦੀ ਜਿਹੜੀ ਵੈਲਿਊ ਲਵਾਂਗੇ ਆਪਾਂ ਉਹਨੂੰ ਆਪਾਂ ਪੇਰੈਂਟ ਵੈਲਿਊ ਜਾਂ ਬੇਸ ਵੈਲਿਊ ਕਹਾਂਗੇ, ਠੀਕ ਹੈ। ਇੱਥੇ ਉੱਪਰ ਮੈਂ ਲਿਖਿਆ ਹੋਇਆ ਪੇਰੈਂਟ ਔਰ ਬੇਸ ਵੈਲਿਊ, ਦੋ ਡਬਲ ਬੌਂਡਸ ਨੇ ਜਿਹੜੇ ਉਹ ਆਪਾਂ ਸਿਲੈਕਟ ਕਰਨੇ ਆ ਕੰਜੂਗੇਸ਼ਨ ਦੇ ਵਿੱਚ, ਠੀਕ ਹੈ। ਹੁਣ ਇਹ ਤਿੰਨ ਤਰ੍ਹਾਂ ਦੇ ਕੇਸ ਇਹਦੇ ਵਿੱਚ ਪੋਸੀਬਲ ਨੇ, ਜਾਂ ਤਾਂ ਉਹ ਅਸਾਈਕਲਿਕ ਹੋਊਗਾ, ਮਤਲਬ ਚੇਨ ਦੇ ਵਿੱਚ ਹੋਊਗਾ, ਉਹਦੇ ਵਿੱਚ ਰਿੰਗ ਕੋਈ ਵੀ ਨਹੀਂ ਹੋਊਗੀ, ਠੀਕ ਹੈ। ਦੋਨੇ ਡਬਲ ਬੌਂਡ ਨੇ ਜਿਹੜੇ ਉਹ ਚੇਨ ਦੇ ਵਿੱਚ ਹੋਣਗੇ, ਰਿੰਗ ਦੇ ਵਿੱਚ ਨਹੀਂ ਹੋਣਗੇ, ਤਾਂ ਉਸ ਟਾਈਮ 'ਤੇ ਤੁਸੀਂ ਉਹਦੀ ਜਿਹੜੀ ਬੇਸ ਵੈਲਿਊ ਲੈਣੀ ਆ ਉਹ 217 ਨੈਨੋਮੀਟਰ ਲੈਣੀ ਆ, ਠੀਕ ਹੈ। ਜੇ ਉਹ ਹੋਮੋਐਨੂਲਰ ਆ, ਮਤਲਬ ਦੋਨੇ ਡਬਲ ਬੌਂਡ ਇੱਕੋ ਰਿੰਗ ਦੇ ਵਿੱਚ ਪ੍ਰੈਜ਼ੈਂਟ ਨੇ, ਤਾਂ ਉਹਦੀ ਬੇਸ ਵੈਲਿਊ 253 ਨੈਨੋਮੀਟਰ ਲੈਣੀ ਆ। ਜੇ ਹੈਟਰੋ ਐਨੂਲਰ ਹੈ, ਜਿੱਥੇ ਦੋਨੇ ਡਬਲ ਬੌਂਡ ਦੋ ਅਲੱਗ-ਅਲੱਗ ਰਿੰਗਸ ਦੇ ਵਿੱਚ ਪ੍ਰੈਜ਼ੈਂਟ ਨੇ ਪਰ ਕੰਜੂਗੇਸ਼ਨ 'ਚ ਨੇ, ਠੀਕ ਹੈ, ਉੱਥੇ ਆਪਾਂ ਤੁਸੀਂ ਬੇਸ ਵੈਲਿਊ ਜਿਹੜੀ ਉਹ ਲੈਣੀ ਆ 214 ਨੈਨੋਮੀਟਰ ਲੈਣੀ, ਠੀਕ ਹੈ। ਆਹ ਤਿੰਨ ਕੇਸਿਸ ਦੇ ਵਿੱਚੋਂ ਤੁਹਾਡੇ ਕੋਲ ਸਿਰਫ ਇੱਕੋ ਹੀ ਕੇਸ ਆਊਗਾ, ਤਾਂ ਉਹ ਇੱਕ ਕੇਸ ਦੇ ਡਿਪੈਂਡ ਕਰਦੇ ਹੋਏ ਤੁਸੀਂ ਦੇਖਣਾ ਵੀ ਕਿੰਨੀ ਬੇਸ ਵੈਲਿਊ ਤੁਸੀਂ ਲੈਣੀ ਹੈ, ਠੀਕ ਹੈ। ਕਈ ਕੇਸਿਸ ਇੱਦਾਂ ਦੇ ਆਉਣਗੇ ਜਿੱਥੇ ਤੁਹਾਨੂੰ ਨਾ ਦੋ ਤੋਂ ਵੱਧ ਡਬਲ ਬੌਂਡ ਪ੍ਰੈਜ਼ੈਂਟ ਹੋਣਗੇ, 3 ਵੀ ਹੋਣਗੇ, 4 ਵੀ ਹੋਣਗੇ, 5 ਵੀ ਹੋਣਗੇ। ਉੱਥੇ ਨਾ ਤੁਹਾਨੂੰ ਕਈ ਵਾਰੀ ਇਹਨਾਂ ਦੋਨਾਂ 'ਚ ਕਨਫਿਊਜ਼ਨ ਹੋ ਸਕਦੀ ਆ, ਉੱਥੇ ਹੋਮੋਐਨੂਲਰ ਵੀ ਹੋਣਗੇ, ਹੈਟਰੋਐਨੂਲਰ ਵੀ ਹੋਣਗੇ, ਠੀਕ ਹੈ। ਮੰਨ ਲਓ 4 ਬੌਂਡ ਨੇ ਕੰਜੂਗੇਸ਼ਨ ਦੇ ਵਿੱਚ, ਜੇ ਤੁਸੀਂ ਪਹਿਲਾ ਅਤੇ ਦੂਸਰਾ ਬੌਂਡ ਸਿਲੈਕਟ ਕਰਦੇ ਹੋ ਉਹ ਇੱਕ ਰਿੰਗ ਦੇ ਵਿੱਚ ਨੇ ਤਾਂ ਉਹ ਹੋਮੋ ਹੋ ਗਏ, ਦੂਸਰਾ ਅਤੇ ਤੀਸਰਾ ਕਰਦੇ ਹੋ ਅਗਲੀ ਰਿੰਗ, ਇੱਕ ਦੂਸਰਾ ਪਹਿਲੀ ਰਿੰਗ 'ਚ ਹੈ, ਤੀਸਰਾ ਅਗਲੀ ਰਿੰਗ 'ਚ ਹੈ, ਤਾਂ ਉੱਥੇ ਹੈਟਰੋ ਹੋ ਗਏ, ਤੀਸਰਾ ਅਤੇ ਚੌਥਾ ਫੇਰ ਹੋਮੋ 'ਚ ਨੇ, ਠੀਕ ਹੈ। ਤਾਂ ਉੱਥੇ ਤੁਸੀਂ ਕੀ ਸਿਲੈਕਟ ਕਰੋਗੇ, ਉੱਥੇ ਤੁਸੀਂ ਹੋਮੋਐਨੂਲਰ ਨੂੰ ਪ੍ਰੈਫਰੈਂਸ ਦਿਓਗੇ ਹੈਟਰੋਐਨੂਲਰ ਦੇ ਨਾਲ, ਠੀਕ ਹੈ। ਇਹਦਾ ਰੀਜ਼ਨ ਕੀ ਹੁੰਦਾ, ਇਹਦਾ ਰੀਜ਼ਨ ਇਹ ਹੈ ਵੀ ਜਦੋਂ ਇਹਦੀ ਵੈਲਿਊ ਦੇਖੋ ਲੈਮਡਾ ਦੀ 253, ਇੱਥੇ 214, ਘੱਟ ਲੈਮਡਾ ਦੀ ਵੈਲਿਊ ਮਤਲਬ ਐਨਰਜੀ ਗੈਪ ਵੱਧ ਹੈ, ਵੱਧ ਲੈਮਡਾ ਦੀ ਵੈਲਿਊ ਮਤਲਬ ਐਨਰਜੀ ਗੈਪ ਘੱਟ ਹੈ। ਤਾਂ ਦੋ ਲੈਵਲਸ ਨੇ, ਇੱਕ ਆਹ ਵਾਲਾ ਇੱਥੋਂ ਤੋਂ ਇੱਥੇ ਹੈ, ਇੱਕ ਲੈਵਲ ਹੈ ਜਿਹੜਾ ਇੱਥੋਂ ਤੋਂ ਇੱਥੇ ਆ। ਆਹ ਐਕਸਾਈਟੇਸ਼ਨ 'ਚ ਐਨਰਜੀ ਵੱਧ ਚਾਹੀਦੀ ਹੈ, ਇੱਥੇ ਐਨਰਜੀ ਘੱਟ ਚਾਹੀਦੀ ਹੈ, ਤਾਂ ਆਹ ਵਾਲੀ ਛੇਤੀ ਹੋਊਗੀ, ਜਿੰਨੀ ਘੱਟ ਐਨਰਜੀ ਹੋਊਗੀ ਉਨੀ ਲੈਮਡਾ ਦੀ ਵੈਲਿਊ ਵੱਧ ਹੋਊਗੀ, ਵੱਧ ਲੈਮਡਾ ਦੀ ਵੈਲਿਊ ਕਿੱਥੇ ਆ, ਇੱਥੇ, ਠੀਕ ਹੈ। ਤਾਂ ਤੁਸੀਂ ਹੋਮੋਐਨੂਲਰ ਹੈ ਜਿਹੜੀ ਉਹ ਸਿਲੈਕਟ ਕਰਨੀ ਹੈ, ਹੈਟਰੋਐਨੂਲਰ ਸਿਲੈਕਟ ਨਹੀਂ ਕਰਨੀ, ਇਹ ਚੀਜ਼ ਦਾ ਧਿਆਨ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਕੀ ਆ ਜਾਊਗਾ, ਜੇ ਇਹ ਤਾਂ 2 ਬੌਂਡ ਤੁਸੀਂ ਸਿਲੈਕਟ ਕਰ ਲਏ, ਉਸ ਤੋਂ ਬਾਅਦ ਜੇ ਤੁਹਾਡੇ ਕੋਲ 4 ਬੌਂਡ ਨੇ ਫਿਰ ਤੁਸੀਂ ਕੀ ਕਰੋਗੇ, ਤੁਸੀਂ ਸਭ ਤੋਂ ਪਹਿਲਾਂ 2 ਬੌਂਡ ਸਿਲੈਕਟ ਕਰੋਗੇ ਜਿਹੜੇ ਤੁਹਾਡੇ ਮੇਨ 2 ਬੌਂਡਸ ਨੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਉੱਥੇ ਉਹਦੀਆਂ ਇਨਕਰੀਮੈਂਟ ਦੇਖਣੇ ਆ ਵੀ ਉਹਦੇ ਵਿੱਚ ਕਿੰਨੇ ਡਬਲ ਬੌਂਡ ਹੋਰ ਕੰਜੂਗੇਸ਼ਨ ਦੇ ਵਿੱਚ ਐਡ ਹੋ ਰਹੇ ਨੇ। ਮੰਨ ਲਓ 4 ਡਬਲ ਬੌਂਡ ਨੇ, ਠੀਕ ਹੈ, ਕੰਜੂਗੇਸ਼ਨ 'ਚ 2 ਤੁਸੀਂ ਪਹਿਲਾਂ ਸਿਲੈਕਟ ਕਰ ਲਏ, 2 ਰਹਿ ਗਏ, ਠੀਕ ਹੈ। ਤਾਂ ਉੱਥੇ ਤੁਸੀਂ ਕੀ ਕਰੋਗੇ, ਇਨਕਰੀਮੈਂਟ ਲਾਓਗੇ, ਕਿੰਨਾ ਲਾਓਗੇ, ਈਚ ਡਬਲ ਬੌਂਡ ਐਕਸਟੈਂਸ਼ਨ ਦਾ। ਸਭ ਤੋਂ ਪਹਿਲਾਂ ਤਾਂ 3 ਨੈਨੋਮੀਟਰ ਇੱਕ ਡਬਲ ਬੌਂਡ ਦਾ, ਜੇ 2 ਡਬਲ ਬੌਂਡ ਨੇ ਤਾਂ 60 ਹੋ ਗਿਆ, ਠੀਕ ਹੈ, 3 ਨੇ ਤਾਂ ਹਾਂ 2 ਦੇ 60 ਹੋ ਗਿਆ, 3 ਤੇ ਕਿੰਨਾ ਹੋ ਗਿਆ, 90 ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਜੇ ਇੱਕ ਐਲਕਾਈਲ ਸਬਸਟੀਟੂਐਂਟ ਹੈ ਜਾਂ ਇੱਕ ਰਿੰਗ ਰੈਜ਼ੀਡੂ ਆ ਉਹਦਾ 5 ਲੱਗੂਗਾ, ਜੇ 2 ਨੇ 10, 3 ਨੇ ਤਾਂ 15, ਜਿੰਨੇ ਵੀ ਵਧੀ ਜਾਣਗੇ ਉਵੇਂ 5 ਨਾਲ ਗੁਣਾ ਕਰੀ ਚੱਲਿਓ। ਨੈਕਸਟ ਹੈ ਐਕਸੋਸਾਈਕਲਿਕ ਡਬਲ ਬੌਂਡ, ਜੇ ਇੱਕ ਐਕਸੋਸਾਈਕਲਿਕ ਹੈ ਤਾਂ 5 ਲੱਗੂਗਾ, ਜੇ 2 ਨੇ ਤਾਂ 10, 3 ਨੇ ਤਾਂ 4। ਇੱਥੇ ਈਚ ਲਿਖਣਾ ਰਹਿ ਗਿਆ ਮੇਰਾ, ਠੀਕ ਹੈ। ਉਸ ਤੋਂ ਬਾਅਦ ਅੱਗੇ ਆ ਜਾਂਦੇ ਨੇ ਆਕਸੋਕ੍ਰੋਮਸ, ਇਹ ਤਾਂ ਹੋ ਗਈਆਂ ਚੀਜ਼ਾਂ ਆਪਣੀਆਂ ਜਿਹੜੀਆਂ ਆਪਣੇ ਕੋਲ ਹੋਣਗੀਆਂ ਹੀ ਹੋਣਗੀਆਂ, ਠੀਕ ਹੈ, ਪੇਰੈਂਟ ਅਤੇ ਇਨਕਰੀਮੈਂਟਸ ਵਾਲੀਆਂ। ਉਸ ਤੋਂ ਬਾਅਦ ਕਈ ਚੀਜ਼ਾਂ ਹੋ ਵੀ ਸਕਦੀਆਂ ਨੇ, ਨਹੀਂ ਵੀ ਹੋ ਸਕਦੀਆਂ। ਆਕਸੋਕ੍ਰੋਮਸ, ਜਿਵੇਂ ਆਕਸੋਕ੍ਰੋਮਸ ਕੀ ਹੁੰਦੇ, ਜਿਨ੍ਹਾਂ ਦੀ ਆਪਦੀ ਐਬਜ਼ੌਰਪਸ਼ਨ ਨਹੀਂ ਹੁੰਦੀ ਇਸ ਰੀਜਨ ਦੇ ਵਿੱਚ, ਪਰ ਜਦੋਂ ਇਹਦੇ ਨਾਲ ਕੰਜੂਗੇਸ਼ਨ 'ਚ ਆ ਜਾਂਦੇ ਨੇ ਉਸ ਟਾਈਮ 'ਤੇ ਉਹ ਜਿਹੜੇ ਨੇਗੇ ਉਹ ਕ੍ਰੋਮੋਫੋਰਸ ਨਾਲ ਜਦੋਂ ਕੰਜੂਗੇਸ਼ਨ 'ਚ ਆ ਜਾਂਦੇ ਨੇ ਉਸ ਟਾਈਮ 'ਤੇ ਉਹ ਕ੍ਰੋਮੋਫੋਰ ਦੀ ਵੈਲਿਊ ਵਧਾ ਦਿੰਦੇ ਨੇ, ਠੀਕ ਹੈ। ਤਾਂ ਉੱਥੇ ਤੁਸੀਂ ਕੀ ਕਰੋਗੇ, ਆਕਸੋਕ੍ਰੋਮ ਹੈ ਜਿਹੜਾ, ਜੇ ਕਲੋਰੀਨ ਅਤੇ ਬਰੋਮੀਨ ਨੇ, ਠੀਕ ਹੈ, ਉਹਨਾਂ ਦਾ ਤੁਸੀਂ 5 ਨੈਨੋਮੀਟਰ ਐਡ ਕਰੋਗੇ, ਇੱਕ ਕਲੋਰੀਨ ਦਾ 5, 2 ਕਲੋਰੀਨਸ ਦਾ 10, ਇੱਦਾਂ ਵਧੀ ਜਾਣਗੇ ਜਿਵੇਂ ਜਿਵੇਂ ਕਲੋਰੀਨ ਬਰੋਮੀਨ ਵਧਣਗੇ। ਇੱਕ OR ਗਰੁੱਪ ਹੈ ਉਹਦਾ 6 ਨੈਨੋਮੀਟਰ ਐਡ ਕਰੋਗੇ, SR ਗਰੁੱਪ ਹੈ ਉਹਦਾ 30 ਨੈਨੋਮੀਟਰ, NR2 ਗਰੁੱਪ ਹੈ ਉਹਦਾ 60 ਨੈਨੋਮੀਟਰ, OCOCH3 ਗਰੁੱਪ ਹੈ ਉਹਦਾ 0 ਨੈਨੋਮੀਟਰ। ਹੁਣ ਇਸ ਚੀਜ਼ ਦਾ 0 ਨੈਨੋਮੀਟਰ ਆਪਾਂ ਕਿਉਂ ਲਿਆ, ਇਹਦਾ ਰੀਜ਼ਨ ਤੁਸੀਂ ਮੈਨੂੰ ਦੱਸਣਾ, ਠੀਕ ਹੈ। ਇਹ ਕੁਐਸਚਨ ਹੈ ਜਿਹੜਾ, ਇਹ ਮੈਂ ਕੁਇਜ਼ ਦੇ ਵਿੱਚ ਕੁਐਸਚਨ ਪਾਊਂਗਾ ਹੀ ਪਾਊਂਗਾ ਵੀ ਇਹ ਜਿਹੜਾ ਆਪਾਂ ਆਕਸੋਕ੍ਰੋਮ ਲੈਂਦੇ ਹਾਂ OCOCH3, ਇਹਦੀ ਆਪਾਂ 0 ਨੈਨੋਮੀਟਰ ਵੈਲਿਊ ਇਨਕਰੀਮੈਂਟ ਦੇ ਤੌਰ 'ਤੇ ਕਿਉਂ ਐਡ ਕਰਦੇ, ਮਤਲਬ 0 ਨੈਨੋਮੀਟਰ ਹੀ ਕਿਉਂ ਲੈਣੇ, ਇਹਦੀ ਕੋਈ ਵੈਲਿਊ ਆਪਾਂ ਕਿਉਂ ਨਹੀਂ ਐਡ ਕਰਦੇ, 5 ਜਾਂ 10 ਜਾਂ 15, 20, 60, 30 ਕੁਛ ਵੀ ਵੈਲਿਊ ਹੈ ਕਿਉਂ ਨਹੀਂ ਐਡ ਕਰਦੇ। ਇਹ ਚੀਜ਼ 'ਤੇ ਜ਼ੋਰ ਦਿਓ, ਅਗਰ ਦਿਮਾਗ 'ਤੇ ਜ਼ੋਰ ਪਾਓ ਅਤੇ ਮੈਨੂੰ ਇਹ ਕੁਇਜ਼ ਦੇ ਵਿੱਚ ਕੁਐਸਚਨ ਆਊਗਾ ਹੀ ਆਊਗਾ, ਇਹ ਪੱਕਾ, ਠੀਕ ਹੈ। ਤਾਂ ਉੱਥੇ ਤੁਸੀਂ ਧਿਆਨ ਰੱਖਿਓ। ਉਸ ਤੋਂ ਬਾਅਦ ਆਹ ਰੂਲਸ ਆਪਾਂ ਰੱਖਦੇ ਹਾਂ ਇੱਥੇ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਐਗਜ਼ਾਮਪਲਸ ਨੇ ਰੂਲਸ ਨੂੰ ਸਮਝਣ ਵਾਸਤੇ ਵੀ ਇਹ ਰੂਲਸ ਲੱਗਦੇ ਕਿਵੇਂ ਨੇ, ਠੀਕ ਹੈ, ਉਹ ਐਗਜ਼ਾਮਪਲਸ ਆਪਾਂ ਕਰਦੇ ਹਾਂ। ਤਾਂ ਸਭ ਤੋਂ ਜਿਹੜੀ ਪਹਿਲੀ ਐਗਜ਼ਾਮਪਲ ਹੈ 2,3 ਡਾਈਮਿਥਾਈਲ 1,3 ਬਿਊਟਾਡਾਈਨ,
2,3 डाईमिथाइल 1,3 ब्यूटाडाईन। पहला तो ब्यूटाडाईन है, 4 कार्बन हो गई, 1 2 3 4, ब्यूट वास्ते 4, डाईन 1,3 है, ठीक है, पहली कार्बन ते तीसरी कार्बन ते 1 2 3 4, ठीक है, पहली तो तीसरी ते डबल बॉन्ड हो गया। तो बाद डाईमिथाइल कितने कितने लगे हुआ 2 ते 3, दूसरी कार्बन ते तीसरी कार्बन ते मिथाइल ग्रुप लग्या हुआ, ठीक है। बाकी 4 बॉन्ड पूरे कर दो कार्बन दे, जे 2 बने हुए CH2, 1 2 3 4 ये पूरे, 1 2 3 4 ये पूरे, ये 2 ने तो CH2, आ बन गया थोड़ा 2,3 डाईमिथाइल 1,3 ब्यूटाडाईन, ठीक है। हुण इहदे विच आपां जिहड़ा है आ रूल्स लगा के ये जिहड़ी वैल्यू है वो आपां वैल्यू कैलकुलेट करनी है, ठीक है। सब तो पहले देखो इत्थे है कि अपने कोल इत्थे किहड़ी ये है डबल बॉन्ड, आपां की कहा सी 2 डबल बॉन्ड आपां पहले सिलेक्ट करने, कहा सी उस तो बाद सिंगल फिर आ सी, तो आपां चेन सिलेक्ट कर लैने, ठीक है। हाँ चेन है जिहड़ी अपनी, ये अपनी बेस चेन होगी, तो बेस वैल्यू ये विद रिस्पैक्ट टू आऊगी, ठीक है। हुण ये है कि ओपन चेन है, ओपन चेन वास्ते आप की लवांगे असाइक्लिक कंजुगेटेड डाईन, असाइक्लिक कंजुगेटेड डाईन वास्ते बेस वैल्यू की होंगी 217, तो इत्थे तुसीं प्रॉपर लिखना है असाइक्लिक कंजुगेटेड डाईन बेस वैल्यू इज इक्वल टू 217 नैनोमीटर। उस तो बाद ये है कि देखो सिंपल चीज़ की है, आह डबल बॉन्ड वाली कार्बन है, इत्थे की लग्या है अल्काइल ग्रुप, आ डबल बॉन्ड वाली कार्बन है, इत्थे की लग्या अल्काइल ग्रुप, ठीक है। तो 2 अल्काइल सबस्टिट्यूएंट्स, ठीक है, 5 1 दी 2 दी कितनी होगी 10 नैनोमीटर। होर कोई चीज़ ये नहीं है प्रेजेंट, ठीक है। सारा कुछ जोड़ा है आप सिंपल एग्जाम्पल से सारा कुछ आप कैलकुलेट कर लिया, तो 217 तो 10 कितना हो गया 227 नैनोमीटर, ठीक है। उस तो बाद एक्चुअल वैल्यूज़ ने जड़ियाँ इन्हां दियां ना, वो मैं देख के थोड़ा दस दूँगा, फिर तुसीं कंपेयर करके लियो भी कितना क होगा, वो PDF जो अपलोड करूँगा वो लिख दूँगा मैं, ठीक है भी एक्चुअल वैल्यू इन्नी होंगी है। उस तो बाद है अपने कोले 2,4 हैक्सा डाईन, हैक्सा मतलब 4 5 6 कार्बन, ठीक है। छे कार्बनस हो गई। उस तो बाद 2 4 पहली दूजी कार्बन तीसरी चौथी कार्बन 2 4 हैक्साडाईन। सो जिन्ने डबल बॉन्ड घटने होनी, जिन्ने बॉन्ड घटने होनी हाइड्रोजन ला दो, 1 सी 3 लातियाँ, 1 2 3 ने तो 1 हाइड्रोजन लाती इत्थे, 1 2 3 ने इत्थे भी 1 लाती, 1 2 3 ने इत्थे भी 1 लाती, 1 2 3 ने इत्थे भी 1 लाती, CH3, ठीक है। तो यदा की बन गया अपने को CH3 CH डबल बॉन्ड CH सिंगल बॉन्ड CH डबल बॉन्ड CH सिंगल बॉन्ड CH3, हाँ चीज़ बन गई। हुण इत्थे आपां सब तो पहला की सिलेक्ट करनी है बेस जिहड़ी आपां चेन सिलेक्ट करनी है। देखो इत्थों डबल स्टार्ट हुंदा तो इस कार्बन तो करांगे डबल सिंगल डबल अगे, बस आ 2 ही चाहिए सी आपां नूं, आ अपनी बेस होगी। वास्ते ओपन चेन है क्योंकि, तो फिर वही चीज़ असाइक्लिक, ठीक है, असाइक्लिक कंजुगेटेड डाईन 217 नैनोमीटर। सेम वही चीज़ आप लिखांगे असाइक्लिक कंजुगेटेड डाईन बेस वैल्यू 217 नैनोमीटर, ठीक है। उस तो बाद देखो जो ध्यान नाल देखदे हो तो अल्काइल ग्रुप है जिहड़ा ये भी डबल बॉन्ड वाली कार्बन नाल, अल्काइल ग्रुप ये भी डबल बॉन्ड वाली कार्बन नाल, तो 2 सेम वही चीज़ पहला वाली 2 अल्काइल सबस्टिट्यूएंट्स, ये आ गया थोड़ी को 5 × 2, 1 दा 5 2 दे 10 नैनोमीटर, टोटल कितना हो गया 227 नैनोमीटर, पहला जो नहीं आ गया, ठीक है। नैक्सट है अपने को 2,5 डाईमिथाइल 1,3,5 हैक्साट्राईन। जो बनावांगे तो हैक्सा पहला तो 6 कार्बन 1 2 3 4 5 6 1,3,5 पहली ते तीसरी ते पंजवीं ते डबल बॉन्ड और 2,5 डाईमिथाइल 1 2 इत्थे मिथाइल 3 4 5 इत्थे मिथाइल, बाकी हाइड्रोजन CH2 1 2 3 4 1 2 3 4 1 2 3 1 2 3 4 ते 2 बन गया अपना। हुण इहदे विच बेस वैल्यू आपां पहलां सिलेक्ट करनी है, इत्थों डबल बॉन्ड स्टार्ट होंदा 1 2 3 ते 1 4 सिंगल डबल, ठीक है। असाइक्लिक वास्ते बेस वैल्यू
डाइइन बेस वैल्यू 217। ठीक है। उस तो बाद एक डबल बॉन्ड होर पिया सिंगल तो बाद एक डबल होर पिया तो एक डबल बॉन्ड एक्सटेंशन 1 डबल बॉन्ड एक्सटेंशन ਉਹਦੇ ਕਿੰਨੇ ਲੱਗ ਗਏ ਆਪਣੇ ਕੋਲ ਈਚ ਡਬਲ ਬॉन्ड एक्सटेंशन ਦੇ 30 ਨੈਨੋਮੀਟਰ। ठीक है। नैक्सट है अपने को ध्यान नाल देखांगे ਇਹਦੇ ਵਿੱਚ ਤਾਂ ਆਪਣੇ ਕੋਲ है की आ ਇੱਥੇ चलो इतों शुरू करके आप आ चीज़ ਵਿੱਚ एक्सटेंड कर ली। उस तो बाद सिर्फ 2 एल्काइल ग्रुप्स रह गए अपने को। ठीक है। 2 एल्काइल ग्रुप्स एक का 5 2 दे हो गए 10 हो गया 257 नैनोमीटर। ठीक है। नैक्सट है अपने को 1,4 डाईमिथाइल साइक्लोहैक्सा 1,3 डाईन। जो ध्यान नाल देखते हैं आप डबल बॉन्ड अपने को आप ने डबल सिंगल डबल। ठीक है। एक रिंग दे विच ने तां की बन गया होमोएनुलर। होमोएनुलर वास्ते वैल्यू कितनी हुंदी है अपने को 253। सब तो पहला होमोएनुलर बेस वैल्यू होमोएनुलर कंजुगेटेड डाईन सारा लिखना उत्थे। बेस वैल्यू कितनी होगी 253 नैनोमीटर। उस तो बाद ये की है 2 एल्काइल सबस्टिट्यूएंट्स जिहड़े दोने ने ये कार्बन ते ने डबल बॉन्ड वाली ते 2 एल्काइल सबस्टिट्यूएंट्स 2 गुणा 5 10 हो गया। उस तो बाद ये होर की है रिंग आ क्योंकि तो रिंग रेजिड्यू भी होगा। आप इन्हें 2 रिंग रेजिड्यू। ठीक है। ये एग्जाम्पल आप की भी सी एक आ वाला एक आ वाला 2 रिंग रेजिड्यूज। एक दे 5 2 दे 10 तो टोटल कितना हो गया 273 नैनोमीटर। ठीक है। ये भी हो गया एग्जाम्पल अपनी। नैक्सट है अपने को हुण जो तुसीं आ चीज़ देखते हो। ठीक है। ये थोड़े को आ गया एक डबल बॉन्ड है जो रिंग च आ गया दूसरा डबल बॉन्ड है जोड़ा वो चेन दे विच आ गया थोड़े को। हाँ जी। नैक्सट है ये है थोड़े को अपने को है ये एक डबल बॉन्ड रिंग दे विच है एक जोड़ा है वो चेन दे विच है। हुण जो तुसीं इत्थे देखोगे होमो पई है हैट्रो पई है मतलब दोने डबल बॉन्ड अलग अलग रिंग्स दे विच दोने डबल बॉन्ड सेम रिंग्स दे विच असाइक्लिक है। तो ये सिर्फ किहड़ा केस रह गया असाइक्लिक कंजुगेटेड डाईन। उहदे वास्ते वैल्यू कितनी है 217। ठीक है। तो ये होगी असाइक्लिक कंजुगेटेड डबल बॉन्ड पेरेंट वैल्यू 217 नैनोमीटर। उस तो बाद ये है की है उस तो बाद सब तो पहली चीज़ जी ये है वो आप देखनी है एल्काइल ग्रुप्स। 2 एल्काइल ग्रुप्स ने आ भी डबल बॉन्ड वाली कार्बन नाल आ भी डबल बॉन्ड वाली कार्बन नाल। ठीक है। तो 2 एल्काइल सबस्टिट्यूएंट्स तो वो कितना हो गया सॉरी 5 गुणा 2 एक का 5 2 दे 10 हो गए 10 नैनोमीटर। उस तो बाद ये है कि जो ध्यान नाल देखोगे तो 1 ते 2 रिंग रेजिड्यूज। इत्थे डबल बॉन्ड खत्म होने तो बाद कोई डबल बॉन्ड नहीं आता। इधरले पासे भी इत्थे डबल बॉन्ड है इधर डबल बॉन्ड खत्म तो बाद कोई डबल बॉन्ड नहीं आता था। इधर तो इधर आके हो गए 2 रिंग रेजिड्यू 5 गुणा 2 वो किन्ने हो गए वो भी 10 नैनोमीटर। होर ये कोई चीज़ आप नहीं देख रही। ठीक है। कोई एक्सोसाइक्लिक नहीं है एंडोसाइक्लिक का आप लाते नहीं। ठीक है। एक्सोसाइक्लिक जो होंगे वह 5 ला देंगे इतने एंडोसाइक्लिक है आप ऐड नहीं करते। ठीक है। टोटल कितना हो गया 237 नैनोमीटर। उस तो बाद है अपने को हाँ वाली नैक्सट हुण दोने डबल बॉन्ड ने जोड़े अगेन वो की आ गए रिंग तो बाहर आ गए।
ठीक है। रिंग तो बाहर आ गए तो पेरेंट असाइक्लिक लगूगी। तुसीं प्रॉपर लिखना गा असाइक्लिक वैल्यू, ठीक है। असाइक्लिक कंजुगेटेड डाई इन पेरेंट वैल्यू, ठीक है। वो कितनी आ गई अपने को 217 नैनोमीटर। उस तो बाद सब तो पहले अल्काइल ग्रुप्स देखो। आ डबल बॉन्ड के नाल अल्काइल ग्रुप लग्या है, आ डबल बॉन्ड के नाल अल्काइल ग्रुप लग्या है, 2 अल्काइल सबस्टीट्यूएंट्स। 5 गुणा 2 वो हो गए 10 नैनोमीटर। उस तो बाद अगली चीज़ ये की आ 2 रिंग रेजिड्यू। डबल बॉन्ड तो बाद सिंगल है, कोई डबल नहीं आ रहा, तो 2 रिंग रेजिड्यूज। 5 गुणा 2 वो भी हो गए 10 नैनोमीटर। हुण एक नवीं चीज़ है ये, नवीं चीज़ की आई, रिंग के बाहर डबल बॉन्ड है, एक्सोसाइक्लिक है, ठीक है। रिंग के बाहर डबल बॉन्ड है ना, एक्सोसाइक्लिक है। एक्सोसाइक्लिक का आप किन्ने लाने होंगे 5 नैनोमीटर। तो एक्सोसाइक्लिक डबल बॉन्ड 5 नैनोमीटर। अच्छा, जो थोड़ी गड़बड़ होगी ना कदे भी हमेशा इस ते आके होगी, क्योंकि कई एग्जाम्पल्स इदा दी होंगे अगे आउणगियां तो थोड़ा नहीं पता लगता भी एक्सोसाइक्लिक है। उत्थे दिखता होंगे साफ भी ये एक्सोसाइक्लिक है, पर पता नहीं लगता, याद नहीं रहता दिमाग च भी एक्सोसाइक्लिक भी लाना। तो इत्थे आके गड़बड़ हो जाती है। तो एक गल का होर ध्यान रखो, जे तुसीं बाकी सारा सही करता, एक चीज़ भी छड्डती, जिवें कल्ले रिंग रेजिड्यू छड्डते या एक्सोसाइक्लिक डबल बॉन्ड छड्डता, तो सारा घाटा है क्वेश्चन। तो बाकी चाहे सारियां चीज़ां सही लाइयां ने, जे तुहाडी आ आंसर नहीं मैच करता इन्हां सारियां चीज़ां नूं जोड़ के, ठीक है। पहले तो सारियां चीज़ां प्रेजेंट होनियां चाहिए, उस तो बाद आंसर सही होना चाहिए, जोड़ भी सही होना चाहिए, ठीक है। इदां भी तुसीं आ सारियां चीज़ां ठीक लातियां, जोड़ गलत करता, फिर भी तुहाडा घाटा है, ठीक है। तो सारियां चीज़ां ये न्यूमेरिकल करन दे लई तुहानूं सिर्फ 2 या 3 मिनट लगणगे, पर पूरी कंसनट्रेशन नाल करियो, ठीक है। तो ये नंबर फ्री दे हुंदे बिल्कुल, जे तुहानूं आ वैल्यू सारियां याद ने, ये तुहानूं याद करनियां पैणगियां, ठीक है। उस तो बाद होर ये कुछ भी नहीं है, ठीक है। तो इन्हूं जदों आपां जोड़दे हां तो 237 ते 5 242 नैनोमीटर, ठीक है। हुण नैक्सट है अपने कोले आम वाला, ये जो देखते हैं 2 डबल बॉन्ड कंजुगेशन ने, पर है ने अलग अलग रिंग्स दे विच। तां की आ गया है हेट्रोएनुलर कंजुगेटेड डाई इन 214 नैनोमीटर, ठीक है। बेस वैल्यू हेट्रोएनुलर, पेरेंट वैल्यू 214 नैनोमीटर। उस तो बाद जो ध्यान नाल देखोगे ये एक डबल तो बाद सिंगल है, उस डबल है नहीं, एक डबल तो बाद सिंगल है, डबल है नहीं, 2 डबल सिंगल डबल आ गया, फिर उस तो बाद सिंगल है, डबल है नहीं, 3 ये लग गए थोड़े को रिंग रेजिड्यू। वो किन्ने हो गए 5 3 15 नैनोमीटर वह हो गया। उस तो बाद अगली चीज़ ये है कि है थोड़े को डबल सिंगल डबल सिंगल, सॉरी डबल सिंगल डबल, ठीक है। 1 2 3 4 इन्होंने चारे कार्बन तो कोई भी अल्काइल ग्रुप है नहीं, तो अल्काइल ग्रुप सारे एबसेंट ने। उस तो बाद अगली चीज़ आ एक सबस्टीट्यूएंट पिया, पर ये इन्हों के डबल बॉन्ड वाली कार्बन तो नहीं है, तो इन्हों आप कंसीडर ही नहीं करांगे। नैक्सट वो की होगी आ रिंग है जी, ठीक है। आ वाली रिंग ये 2 ही डबल बॉन्ड बाहर नूं वधदे ने, ठीक है। आप सिर्फ रिंग पूरी की पूरी कंसीडर करनी है। अच्छा, जो इत्थे डबल बॉन्ड आ जाता फिर उन्होंने आप एक्सो गिणदे, ठीक है। ये चीज़ का ध्यान रखियो, चाहे वो कंजुगेशन दे विच होवे चाहे ना होवे, ठीक है। हुण आ रिंग दे आ 2 बॉन्ड बनते हैं, इन्हां विचों आ डबल है, तो आ बॉन्ड की हो गया एक्सोसाइक्लिक टू दिस रिंग, ठीक है। तो हुण ये रिंग जो आप देखते हैं आ वाली रिंग, ये 2 बॉन्ड बाहर नूं जांदे ने, कोई भी बॉन्ड है जिहड़ा वो डबल बॉन्ड नहीं हैगा, तो इस रिंग का कोई एक्सोसाइक्लिक नहीं है, पर इस रिंग नूं आ एक्सोसाइक्लिक हैगा, तो 1 एक्सोसाइक्लिक। एक्सोसाइक्लिक का 5 नैनोमीटर आप लावांगे, टोटल कितना हो गया 234 नैनोमीटर, ठीक है। नैक्सट है अपने को सब तो औखी एग्जाम्पल थोड़े को इदां दी आऊगी, ठीक है। ये जी एग्जाम्पल है ये की है अपने को, सब तो पहले तो आप देखना हुण ये सब कुछ आ गया, कई कुछ आ गया ये। सब तो पहले तो देखो आ हो गया हैट्रो, आ दोने हो गए होमो, आ दोने हो गए हैट्रो। तो तुसी बेस वैल्यू केड़ी लवोगे, आपां नूं पता जिथे हैट्रो ते होमो दोने आ जाण उत्थे आपां
ਹੋਮੋ ਵਾਲਾ ਲਵਾਂਗੇ ਤਾਂ ਬੇਸ ਵੈਲਿਊ ਲੱਗੂਗੀ A ਦੀ। ਸਭ ਤੋਂ ਪਹਿਲਾਂ ਤਾਂ ਸੇਮ ਪਹਿਲੀ ਚੀਜ਼ ਇਹੀ ਤੁਸੀਂ ਡਿਸਾਈਡ ਕਰਨੀ ਹੈ। ਹੁਣ ਤੁਸੀਂ ਕਹੋਗੇ ਕਿੱਧਰ ਹੈਗਾ ਜੀ, ਕਿੱਧਰ ਹੈਗਾ, ਇਹ ਜ਼ਰੂਰੀ ਨਹੀਂ ਵੀ ਖੂੰਜਾਂ ਵਾਲੀ ਤੁਸੀਂ 2 ਸਿਲੈਕਟ ਕਰਨੇ ਆ, ਵਿੱਚ ਵਿਚਾਲੇ ਵਾਲੇ ਵੀ 2 ਕਰ ਸਕਦੇ ਹੋ, ਠੀਕ ਹੈ। ਤਾਂ ਹੋਮੋ ਐਨੂਲਰ ਪੇਰੈਂਟ ਵੈਲਿਊ ਨੈਟ ਇਜ਼ 253 ਨੈਨੋਮੀਟਰ। ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆਉਂਦੀ ਆ, ਇੱਕ ਡਬਲ ਬੌਂਡ ਇੱਧਰ ਵੱਧ ਗਿਆ, ਸਿੰਗਲ ਤੋਂ ਬਾਅਦ ਡਬਲ, ਇੱਕ ਸਿੰਗਲ ਤੋਂ ਬਾਅਦ ਡਬਲ ਇੱਧਰ ਵੱਧ ਗਿਆ, ਤਾਂ 2 ਡਬਲ ਬੌਂਡ ਐਕਸਟੈਂਡਿੰਗ ਕੰਜੂਗੇਸ਼ਨ। ਐਕਸਟੈਂਸ਼ਨਸ, ਇੱਕ ਦੀ 30 ਐਕਸਟੈਂਸ਼ਨ ਹੁੰਦੀ ਹੈ ਨਾ, ਐਕਸਟੈਂਸ਼ਨ ਜਦੋਂ ਯੂਜ਼ ਕਰਦੇ ਹਾਂ 30 ਹੁੰਦੀ ਹੈ ਇੱਕ ਡਬਲ ਬੌਂਡ ਦੀ। ਇੱਥੇ 2 ਆ ਗਏ ਤਾਂ 30 ਗੁਣਾ 2 ਕਿੰਨਾ ਹੋ ਗਿਆ, 60 ਨੈਨੋਮੀਟਰ। ਨੈਕਸਟ ਉਸ ਤੋਂ ਬਾਅਦ ਦੇਖੋ ਕੋਈ ਇੱਥੋਂ ਸ਼ੁਰੂ ਹੋ ਜਾਂਦੇ ਡਬਲ ਬੌਂਡ, ਘੁੰਮ ਘੁਮਾ ਕੇ ਇੱਥੇ ਜਾ ਕੇ ਖਤਮ ਹੁੰਦੇ। ਐਲਕਾਈਲ ਗਰੁੱਪ ਕੋਈ ਵੀ ਨਹੀਂ, ਅਤੇ ਕੋਈ ਵੀ ਐਲਕਾਈਲ ਗਰੁੱਪ ਹੈ ਨਹੀਂ। ਉਸ ਤੋਂ ਬਾਅਦ ਆਪਾਂ ਕੀ ਕੈਲਕੂਲੇਟ ਕਰਨਾ, ਰਿੰਗ ਰੈਜ਼ੀਡਿਊ। ਇੱਥੇ ਡਬਲ ਬੌਂਡ ਖਤਮ ਹੁੰਦਾ ਤਾਂ ਆ, ਠੀਕ ਹੈ। ਉਸ ਤੋਂ ਬਾਅਦ ਇਸ ਇਕੱਲਾ ਡਬਲ ਬੌਂਡ ਦੇਖਣਾ ਆਪਾਂ, ਜਿਹਦੇ ਨਾਲ ਇੱਧਰਲੇ ਪਾਸੇ ਆ, ਇੱਧਰ ਕੋਈ ਡਬਲ ਹੈ ਨਹੀਂ ਤਾਂ ਆ ਹੋ ਗਿਆ। ਇਸ ਡਬਲ ਬੌਂਡ 'ਤੇ ਆ ਜਾਓ, ਇੱਧਰ ਦੇ ਪਾਸੇ ਇੱਕ ਸਿੰਗਲ ਹੈ ਡਬਲ ਹੈਗਾ, ਠੀਕ ਹੈ। ਇੱਧਰਲੇ ਪਾਸੇ ਸਿੰਗਲ ਹੈ ਡਬਲ ਹੈ ਨਹੀਂ ਤਾਂ ਆ ਵਾਲਾ ਹੋ ਗਿਆ। ਬਾਅਦ ਇਹ ਡਬਲ ਬੌਂਡ 'ਤੇ ਆ ਜਾਓ, ਸਿੰਗਲ ਡਬਲ ਅਤੇ ਸਿੰਗਲ, ਇੱਧਰ ਡਬਲ ਕੋਈ ਵੀ ਨਹੀਂ ਤਾਂ ਆ ਵਾਲਾ ਹੋ ਗਿਆ। ਉਸ ਤੋਂ ਬਾਅਦ ਇਸ ਡਬਲ ਬੌਂਡ 'ਤੇ ਜਦੋਂ ਆਏ ਸਿੰਗਲ ਡਬਲ ਇੱਧਰ ਹੈ ਨਹੀਂ ਗਾ ਤਾਂ ਆ ਹੋ ਗਿਆ। ਟੋਟਲ ਦੇਖੋ ਕਿੰਨੇ ਰਿੰਗ ਰੈਜ਼ੀਡਿਊ ਹੋਏ, 1 2 3 4 5 5 ਰਿੰਗ ਰੈਜ਼ੀਡਿਊ। 5 ਗੁਣਾ 5 ਇਹ ਹੋ ਗਿਆ 25 ਨੈਨੋਮੀਟਰ, ਠੀਕ ਹੈ। ਹੁਣ ਨੈਕਸਟ ਜੋ ਹੈ ਤੁਹਾਡੇ ਕੋਲ, ਨੈਕਸਟ ਜੋ ਚੀਜ਼ ਹੈ, ਸਭ ਤੋਂ ਪਹਿਲਾਂ ਇਸ ਰਿੰਗ ਨੂੰ ਦੇਖੋ, ਠੀਕ ਹੈ। ਜਦੋਂ ਆਹ ਤੁਸੀਂ ਰਿੰਗ ਦੇਖੋਗੇ ਇਹਦੇ 2 ਬੌਂਡ ਬਣਦੇ ਨੇ ਬਾਹਰ, ਇੱਕ ਐਕਸੋਸਾਈਕਲਿਕ ਹੈ, ਠੀਕ ਹੈ। ਤਾਂ ਇੱਕ ਐਕਸੋਸਾਈਕਲਿਕ ਹੋ ਗਿਆ। ਹੁਣ ਜਦੋਂ ਤੁਸੀਂ ਆਹ ਰਿੰਗ ਨੂੰ ਦੇਖਦੇ ਹੋ, ਠੀਕ ਹੈ, ਆਹ ਵਾਲੀ ਵਿਚਾਲੇ ਵਾਲੀ ਰਿੰਗ ਦੇਖੋ, ਇਹਦੇ 4 ਬੌਂਡਸ ਬਣਦੇ ਨੇ, ਠੀਕ ਹੈ, ਬਾਹਰ ਵਾਲੇ ਪਾਸੇ ਨੂੰ। ਜਦੋਂ 4 ਬੌਂਡ ਬਣਦੇ ਨੇ ਇਹਨਾਂ ਦੇ ਵਿੱਚੋਂ ਸਿਰਫ ਆਹ ਵਾਲਾ ਜਿਹੜਾ ਹੈ ਇਹ ਡਬਲ ਹੈ, ਠੀਕ ਹੈ। ਇੱਧਰ ਡਬਲ ਹੈ ਨਹੀਂ, ਇੱਧਰ ਡਬਲ ਹੈ ਨਹੀਂ, ਇੱਧਰ ਡਬਲ ਹੈ ਨਹੀਂ, ਤਾਂ ਇੱਕੋ ਹੀ ਡਬਲ ਇਹਦਾ ਹੋ ਗਿਆ। ਇੱਕ ਐਕਸੋਸਾਈਕਲਿਕ ਇਸ ਰਿੰਗ ਦਾ ਹੋ ਗਿਆ, ਇੱਕ ਇਹਦਾ ਹੋ ਗਿਆ। ਹੁਣ ਜਦੋਂ ਤੁਸੀਂ ਆਹ ਵਾਲੀ ਰਿੰਗ ਦੇਖਦੇ ਹੋ, ਠੀਕ ਹੈ, ਜਦੋਂ ਤੁਸੀਂ ਆਹ ਵਾਲੀ ਰਿੰਗ ਦੇਖਦੇ ਹੋ ਇਹਦੇ ਵਿੱਚ ਵੀ ਇੱਕ ਐਕਸੋਸਾਈਕਲਿਕ ਹੈ ਬਾਹਰ, ਅਜੇ 2 ਬੌਂਡ ਬਣਦੇ ਨਾ, ਤਾਂ ਇੱਕ ਐਕਸੋਸਾਈਕਲਿਕ ਹੈ, ਦੂਸਰਾ ਨਹੀਂ ਹੈ। ਤਿੰਨ ਟੋਟਲ ਐਕਸੋਸਾਈਕਲਿਕ ਕਿੰਨੇ ਹੋ ਗਏ, 3 ਐਕਸੋਸਾਈਕਲਿਕ। ਉਹਦੇ ਕਿੰਨੇ ਲੱਗ ਗਏ, 5 3 15, ਠੀਕ ਹੈ। ਹੁਣ ਹੋਰ ਕੁਛ ਇਹਦੇ ਵਿੱਚ ਨਹੀਂ ਦਿਖ ਰਿਹਾ ਆਪਾਂ ਨੂੰ। ਆਹ ਅਲਕਾਈਲ ਹੈਗੇ ਨੇ ਪਰ ਉਹ ਕੰਜੂਗੇਸ਼ਨ ਤੋਂ ਬਾਹਰ ਨੇ ਤਾਂ ਉਹਨਾਂ ਨੂੰ ਆਪਾਂ ਨਹੀਂ ਗਿਣਾਂਗੇ, ਠੀਕ ਹੈ। ਤਾਂ 25 ਤੇ 15 40 ਤੇ 60 100 ਤੇ 253 353 ਨੈਨੋਮੀਟਰ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਤੁਹਾਡੇ ਕੋਲ ਐਗਜ਼ਾਮਪਲਸ ਹੈਗੀਆਂ ਨੇ, ਆਹ 2 ਐਗਜ਼ਾਮਪਲਸ ਨੇ, ਠੀਕ ਹੈ, ਤੁਸੀਂ ਖੁਦ ਸੋਲਵ ਕਰਨੀਆਂ ਨੇ। ਉਸ ਤੋਂ ਬਾਅਦ ਆਹ ਮੈਂ ਤੁਹਾਨੂੰ ਐਗਜ਼ਾਮਪਲਾਂ ਪਾਈਆਂ ਨੇ, ਜਦੋਂ PDF ਮੈਂ ਪਾਊਂਗਾ ਆਹ ਦੋਨੇ ਸੋਲਵ ਕਰਕੇ ਪਾਊਂਗਾ, ਠੀਕ ਹੈ। ਬਟ ਆਹ ਤੁਸੀਂ ਆਪ ਸੋਲਵ ਕਰਨੀਆਂ ਨੇ, ਜਿਹਨਾਂ ਦੇ ਵਿੱਚੋਂ ਕੁਛ ਨਾ ਹੋਇਆ PDF ਦੇ ਵਿੱਚ ਮੈਂ ਸਿਰਫ ਇਹਨਾਂ ਦੀ ਆਨਸਰ ਲਿਖੂੰਗਾ ਵੀ ਕਿੰਨੇ ਕਿੰਨੇ ਆਨਸਰ ਆ ਰਹੇ ਆ। ਸੋਲਵ ਕਰਨ ਤੋਂ ਬਾਅਦ ਜੇ ਤੁਹਾਡਾ ਆਨਸਰ ਨਹੀਂ ਆਉਂਦਾ ਉਹਨਾਂ ਤਾਂ ਮੇਰੇ ਨਾਲ ਕੰਟੈਕਟ ਕਰ ਲਿਓ, ਠੀਕ ਹੈ। ਆਪਾਂ ਦੇਖ ਲਾਂਗੇ, ਡਿਸਕਸ ਕਰ ਲਾਂਗੇ, ਜਾਂ ਫਿਰ ਕਾਲਜ 'ਚ ਆ ਕੇ ਪੁੱਛ ਲਿਓ, ਜਿੱਦਾਂ ਵੀ ਤੁਹਾਨੂੰ ਠੀਕ ਲੱਗਿਆ।